ਅੱਜ ਦੇ ਸਮਾਗਮ ਤੇ ਵਿਚਾਰ ਗੋਸ਼ਟੀ ਦੇ ਵਿੱਚ ਇਕੱਤਰ ਹੋਏ ਗੁਰੂ ਰੂਪੀ ਸਾਧ ਸੰਗਤ ਜੀ, ਪਾਈਏ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਭ ਤੋਂ ਪਹਿਲਾਂ ਤਾਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਅਹੁਦੇਦਾਰਾਂ ਦਾ ਸਰਦਾਰ ਖੁਸ਼ਹਾਲ ਸਿੰਘ ਜੀ, ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ ਜੀ, ਸਰਦਾਰ ਗੁਰਪ੍ਰੀਤ ਸਿੰਘ ਜੀ, ਹੋਰ ਜਿਹੜੇ ਵੀ ਸੱਜਣ ਇੱਥੇ ਬੈਠੇ ਨੇ, ਸਰਦਾਰ ਸੁਰਿੰਦਰ ਸਿੰਘ ਜੀ ਕਿਸ਼ਨਪੁਰਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜੂਨ 84 ਦਾ ਜੋ ਸਾਡਾ ਇੱਕ ਬਹੁਤ ਪੀੜਾ ਭਰਿਆ ਮਹੀਨਾ ਗਾ, ਅਤੇ ਇਹਨਾਂ ਨੇ ਲਗਾਤਾਰ ਇਹ 'ਚ ਸਾਰੇ ਮਹੀਨੇ 'ਚ ਇੰਨਾ ਮਿਥਿਆ ਹੋਇਆ ਕਿ ਅਸੀਂ ਜੂਨ 84 ਦਾ ਜਿਹੜਾ ਮਹੀਨਾ ਗਾ ਜਾਂ ਜੂਨ ਦਾ ਮਹੀਨਾ ਗਾ ਵੀ ਉਹ 84 ਦੀ ਪੀੜ ਨੂੰ ਸਮਰਪਿਤ ਕਰਿਆ ਕਰਾਂਗੇ। ਵੀ ਜਿਹੜੇ ਸਾਡੇ ਸਾਰੇ ਮਹੀਨੇ ਦੀ ਹਰ ਹਫ਼ਤੇ ਇੱਕ ਸਮਾਗਮ ਆਉਣ ਵਾਲੇ ਸਮੇਂ 'ਚ ਕਰਿਆ ਕਰਾਂਗੇ। ਵੀ ਆਹ ਵੀ ਸਾਡਾ ਦੂਜਾ ਸਮਾਗਮ ਚੱਲ ਰਿਹਾ ਅਤੇ ਹੋਰ ਵੀ ਅਜੇ ਇਹਨਾਂ ਨੇ ਅਗਲੇ ਸਮਾਗਮ ਲੀਕੇ ਹੋਏ ਨੇ, ਉਹ ਸਰਦਾਰ ਖੁਸ਼ਹਾਲ ਸਿੰਘ ਜੀ ਫਿਰ ਬਾਅਦ ਸਾਨੂੰ ਜਾਣਕਾਰੀ ਦੇਣਗੇ। ਅਤੇ ਬਹੁਤ ਵਧੀਆ ਗੱਲ ਆ ਵੀ ਜਿਹੜੀ ਮਤਲਬ ਭਾਵੇਂ 37 ਸਾਲ ਹੋ ਗਏ ਉਹਨਾਂ ਘਟਨਾਵਾਂ ਨੂੰ ਵਾਪਰੀਆਂ, ਪਰ ਇਤਿਹਾਸ ਦੇ ਵਿੱਚੋਂ ਦੋ ਧਿਰਾਂ ਜਿਵੇਂ ਕਿ ਕਹਿੰਦੇ ਨੇ ਕਿ ਜਿਹੜੀਆਂ ਹਾਕਮ ਜਮਾਤਾਂ ਜਾਂ ਜਿਹੜੀਆਂ ਉਹ ਦੋਸ਼ੀ ਹੁੰਦੀਆਂ, ਜਿਨ੍ਹਾਂ ਨੇ ਘਟਨਾਵਾਂ ਵਰਤਾਈਆਂ ਹੁੰਦੀਆਂ, ਉਹਨਾਂ ਦਾ ਇਹ ਕੋਸ਼ਿਸ਼ ਹੁੰਦੀ ਆ ਵੀ ਇਹ ਜਿਹੜਾ ਵਿਕਟਮ ਵਰਗ ਆ, ਪੀੜਤ ਧਿਰ ਆ, ਉਹ ਸਾਰੀਆਂ ਗੱਲਾਂ ਭੁੱਲ ਜਾਣ ਅਤੇ ਜਿਹੜੇ ਮਤਲਬ ਵਰਗ ਹੁੰਦਾ ਗਾ ਪੀੜਤ, ਅਤੇ ਦੂਜੇ ਪਾਸੇ ਉਹਨੂੰ ਇਹੀ ਗੱਲ ਆ ਵੀ ਜੇ ਉਹ ਯਾਦ ਰੱਖਦੇ ਆ ਗੱਲ ਨੂੰ ਵੀ ਸਾਡੇ ਨਾਲ ਆ ਹੋਇਆ, ਅਤੇ ਉਹਦੇ 'ਚ ਉਹਦੀ ਪ੍ਰੇਰਨਾ ਅਤੇ ਤਾਕਤ ਛੁਪੀ ਹੁੰਦੀ ਹੈ। ਸੋ ਇਹ ਜਿਹੜੀ ਲੜਾਈ ਆ 37 ਸਾਲਾਂ ਤੋਂ ਭਾਈਚਾਰੇ ਦੀ, ਪੰਜਾਬੀਆਂ ਦੀ ਕਹਿ ਲਓ, ਸਿੱਖਾਂ ਦੀ ਕਹਿ ਲਓ, ਸਾਰੀ ਇਹ ਕੇਂਦਰੀ ਹਕੂਮਤ ਨਾਲ, ਕੇਂਦਰੀ ਸਿਆਸਤ ਨਾਲ ਯਾਦ ਰੱਖਣ ਅਤੇ ਭੁੱਲ ਜਾਣ ਦੀ ਲੜਾਈ ਆ। ਸੋ ਮੈਂ ਅੱਜ ਜਿਹੜਾ ਸਮਾਂ ਕਾਫੀ ਹੋ ਗਿਆ ਆਪਣੀ ਗੱਲ ਸ਼ੁਰੂ ਕਰਨ ਲੱਗਿਆ ਕਿ ਮੈਂ ਇੱਕ ਪੇਪਰ ਪਹਿਲਾਂ ਵੀ 2 ਸਾਲ ਪਹਿਲਾਂ ਤੋਂ ਲਗਾਤਾਰ ਅਖਬਾਰਾਂ ਛਪ ਰਿਹਾ ਅਤੇ ਕੁਛ ਨਾ ਕੁਛ ਖੋਜ ਕੀਤੀ ਹੈ ਇਸ ਗੱਲ 'ਤੇ। ਚਾਹੀਦਾ ਤਾਂ ਇਹ ਸੀ ਵੀ ਜਿੰਨੇ ਵੀ ਬੁੱਧੀਜੀਵੀ ਆ ਸਾਰੇ ਇਕੱਠੇ ਹੋ ਕੇ ਹਰ ਸਾਲ ਕੋਈ ਨਾ ਕੋਈ ਇਹ ਲਾਇਬ੍ਰੇਰੀ 'ਤੇ ਗੱਲ ਕਰੇ, ਅਤੇ ਪਰ ਦੁੱਖ ਹੁੰਦਾ ਵੀ ਜਿੰਨੀ ਇਹਦੇ ਬਾਰੇ ਗੱਲਬਾਤ ਹੋਣੀ ਚਾਹੀਦੀ ਸੀ ਜਾਂ ਇਹ 'ਤੇ ਚਿੰਤਾ ਦਿਖਾਉਣੀ ਚਾਹੀਦੀ ਸੀ, ਉਹ ਪੀੜ ਆ ਜਿਹੜੀ ਸਿੱਖ ਭਾਈਚਾਰੇ ਦੇ ਅੰਦਰੋਂ ਵੀ ਲਗਾਤਾਰ ਮੱਧਮ ਪੈਂਦੀ ਜਾ ਰਹੀ ਆ। ਸੋ ਮੈਂ ਆਪਣੀ ਗੱਲ ਜਦੋਂ ਹੁਣ ਮੈਂ ਬੈਠਾ ਤਾਂ ਇਹ ਮੈਂ ਜਦੋਂ ਛੜੀਆਂ ਹੋਈਆਂ ਅਲਮਾਰੀਆਂ ਦੇਖਦਾ ਸਿੱਖਣੀਆਂ ਕਿਤਾਬਾਂ ਤੋਂ, ਤਾਂ ਮੇਰੇ ਮਨ ਦੇ ਵਿੱਚ ਇਹ ਗੱਲ ਆਈ ਵੀ ਜਦੋਂ ਭਾਵੇਂ ਅਸੀਂ ਇਹ ਦੇਖਿਆ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਕਹਿੰਦੇ ਆ, ਇੱਕ ਟਰਮ ਵਰਤਦੇ ਹਾਂ, ਪਰ ਜਿਹੜੀਆਂ ਲਾਇਬ੍ਰੇਰੀਆਂ ਇਹ ਸਾਰੇ ਮਨੁੱਖਤਾ ਗਿਆਨ ਦਾ ਸਾਂਝਾ ਖਜ਼ਾਨਾ ਹੁੰਦੀਆਂ। ਇਹ ਇਕੱਲੇ ਸਿੱਖਾਂ ਦੀ ਨਹੀਂ, ਨਾ ਇਕੱਲੇ ਮੁਸਲਮਾਨਾਂ ਦੇ, ਨਾ ਕਿਸੇ ਹੋਰ ਦੀ, ਇਹ ਹਰ ਸਾਰੀ ਮਨੁੱਖਤਾ ਦਾ ਗਿਆਨ ਦਾ ਸਾਂਝਾ ਖਜ਼ਾਨਾ। ਇਹ ਹਰ ਧਰਮ, ਹਰ ਵਰਗ, ਹਰ ਜਾਤ ਦਾ ਸਾਂਝਾ ਖਜ਼ਾਨਾ ਹੁੰਦਾ। ਅਤੇ ਜੇ ਇਸ ਖਜ਼ਾਨੇ ਦਾ ਕੋਈ ਨੁਕਸਾਨ ਹੁੰਦਾ ਤਾਂ ਇਹਦੀ ਇੱਕੋ ਜਿਹੀ ਪੀੜ ਸਾਰੀਆਂ ਧਿਰਾਂ ਨੂੰ ਹੀ ਹੋਣੀ ਚਾਹੀਦੀ ਹੈ। ਮੈਂ ਦੇਖ ਰਿਹਾ ਜੀ ਵੀ ਜਿੱਥੇ ਵੀ ਕਿਤੇ ਕੋਈ ਬੰਦਾ, ਚਾਹੇ ਉਹ ਲੇਖਕ ਆ, ਚਾਹੇ ਪਾਠਕ ਆ, ਜੋ ਵੀ ਸ਼ਬਦ ਦੀ ਇਬਾਦਤ ਕਰਦਾ, ਜਦੋਂ ਇਹ ਤਸਵੀਰ ਦੇਖਦਾ ਤਾਂ ਇੱਕ ਵਾਰ ਉਹਦੇ ਮਨ ਦੇ ਅੰਦਰ ਖੋਜ ਜ਼ਰੂਰ ਪੈਣੀ ਚਾਹੀਦੀ ਆ ਵੀ ਇਹ ਯਾਰ ਅਸੀਂ ਸ਼ਬਦ ਦੀ ਇਬਾਦਤ ਕਰਦੇ ਹਾਂ, ਮਨੁੱਖਤਾ ਦਾ ਜਿਹੜਾ ਸਾਂਝਾ ਗਿਆਨ ਦਾ ਖਜ਼ਾਨਾ, ਇਹ ਕਿਵੇਂ ਤਹਿਸ ਨਹਿਸ ਹੋ ਗਿਆ, ਇਹ ਘਟਨਾ ਵਾਪਰ ਕਿਵੇਂ ਗਈ, ਕੌਣ ਇਹਨੂੰ ਵਰਤਾਉਣ ਵਾਲੇ ਭਾਣੇ ਦੇ ਜ਼ਿੰਮੇਵਾਰ ਹੈ, ਕੀ ਇਹ ਤੋਂ ਬਿਨਾਂ ਸਰ ਨਹੀਂ ਸੀ ਸਕਦਾ ਜੋ ਇੰਨਾ ਘੱਲੂ ਘਰਾਂ ਵਰਤਾਤਾ। ਇਹ ਮਨ 'ਚ ਸਵਾਲ ਜ਼ਰੂਰ ਉੱਠਣਾ ਚਾਹੀਦਾ, ਤੁਹਾਡਾ ਮਨ ਇੱਕ ਵਾਰ ਹਿੱਲਣਾ ਜ਼ਰੂਰ ਚਾਹੀਦਾ। ਸੋ ਮੈਂ ਜਿਹੜੀ ਆਪਣੇ ਪੇਪਰ ਦੀ ਸੰਖੇਪ ਦੇ ਵਿੱਚ ਗੱਲ ਕੋਸ਼ਿਸ਼ ਕਰਦਾ ਕਿ ਜਦ ਜੂਨ 1984 ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਭਿਆਨਕ ਹਮਲੇ ਨੂੰ 37 ਸਾਲ ਬੀਤ ਚੁੱਕੇ ਹਨ। ਸਮਾਂ ਲੰਘਣ ਨਾਲ ਇਸ ਜ਼ਖਮ ਦੀ ਪੀੜ ਦਿਨੋਂ ਦਿਨ ਡੂੰਘੀ ਹੋਈ ਜਾਂਦੀ ਹੈ। ਇਸ ਹਮਲੇ ਦੌਰਾਨ ਫੌਜ ਵੱਲੋਂ ਇੱਥੋਂ ਚੁੱਕੀ ਗਈ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਹਾਲਾਂ ਵੀ ਕੋਈ ਉੱਗ ਸੁੱਗ ਨਹੀਂ ਮਿਲ ਰਹੀ। ਇਤਿਹਾਸਕ ਲਾਇਬ੍ਰੇਰੀ ਦਾ ਮਾਮਲਾ ਪੂਰੀ ਤਰ੍ਹਾਂ ਕੌਡੀਆਂ ਕੱਟੇ ਰੁਲ ਚੁੱਕਿਆ ਹੈ। ਇਸ ਦੇ ਲਈ ਆਪਣੇ ਵੀ ਜ਼ਿੰਮੇਵਾਰ ਹਨ ਅਤੇ ਬੇਗਾਨੇ ਵੀ। ਇਹੋ ਕਿਹਾ ਜਾ ਸਕਦਾ ਲਾਇਬ੍ਰੇਰੀ ਦੀ ਵਾਪਸੀ ਲਈ ਕੋਈ ਵੱਜਵੇਂ ਅਤੇ ਠੋਸ ਯਤਨ ਹੀ ਨਹੀਂ ਹੋਏ। ਇਸ ਦੇ ਲਈ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਿੱਖਾਂ ਦੀਆਂ ਹੋਰ ਜ਼ਿੰਮੇਵਾਰੀਆਂ ਜਥੇਬੰਦੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ। ਜਾਬਰ ਹਮਲਾਵਰਾਂ ਵੱਲੋਂ ਕਿਸੇ ਦੇਸ਼, ਕੌਮ ਜਾਂ ਭਾਈਚਾਰੇ ਦੇ ਗਿਆਨ ਦੇ ਸੋਮਿਆਂ ਨੂੰ ਤਬਾਹ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਤਿਹਾਸ ਅਜਿਹੇ ਕਾਲੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਬੁੱਧ ਧਰਮ ਦੇ ਵਿਦਵਾਨਾਂ ਵੱਲੋਂ ਨਾਲੰਦਾ ਵਿੱਚ ਸਥਾਪਿਤ ਕੀਤੀ ਗਈ ਲਾਇਬ੍ਰੇਰੀ ਬ੍ਰਾਹਮਣਾਂ ਵੱਲੋਂ ਸਾੜ ਦਿੱਤੀ ਗਈ ਸੀ, ਜੋ ਕਈ ਮਹੀਨੇ ਤੋਂ ਖੁੱਦੀ ਰਹੀ ਸੀ। ਮਿਸਰ ਵਿੱਚ ਅਲੈਗਜ਼ੈਂਡਰੀਆ ਦੀ ਮਸ਼ਹੂਰ ਲਾਇਬ੍ਰੇਰੀ ਨੂੰ ਜੂਲੀਅਸ ਸੀਜ਼ਰ ਦੇ ਫੌਜੀਆਂ ਨੇ ਅੱਗ ਲਗਾ ਦਿੱਤੀ ਸੀ ਅਤੇ ਫੌਜੀ ਕਈ ਮਹੀਨੇ ਕਿਤਾਬਾਂ ਬਾਲ ਕੇ ਅੱਗ ਸੇਕਦੇ ਰਹੇ ਸਨ। 20ਵੀਂ ਸਦੀ ਵਿੱਚ 1915 ਦੀ ਪਹਿਲੀ ਸੰਸਾਰ ਜੰਗ ਦੌਰਾਨ ਜਰਮਨੀ ਦੇ ਹਮਲੇ ਵਿੱਚ
ਹਮਲੇ ਵਿੱਚ ਵੀ ਬੈਲਜੀਅਮ ਦੀ ਲਾਇਬ੍ਰੇਰੀ ਸੜ ਕੇ ਸੁਆਹ ਹੋ ਗਈ ਸੀ। ਪਰ ਜਿਹੜੇ ਸਿੱਖਾਂ ਦਾ ਗਿਆਨ ਦਾ ਸੁੰਮਾ ਲਾਇਬ੍ਰੇਰੀ ਤਬਾਹ ਕਰ ਦਿੱਤੀ ਗਈ ਹੈ, ਉਹ ਖੁਦ ਇਸ ਤਰ੍ਹਾਂ ਦੇ ਕੁਕਰਮ ਤੋਂ ਪੂਰੀ ਤਰ੍ਹਾਂ ਬਰੀ ਹਨ। ਖਾਲਸਾ ਰਾਜ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ। ਜਦ ਮਹਾਰਾਜਾ ਰਣਜੀਤ ਸਿੰਘ ਨੇ ਖੁਦ ਅਨਪੜ੍ਹ ਹੋਣ ਦੇ ਬਾਵਜੂਦ ਲਾਇਬ੍ਰੇਰੀਆਂ ਨੂੰ ਬਚਾਉਣ ਲਈ ਖਾਸ ਆਦਤਾਂ ਦਿੱਤੀਆਂ ਸਨ। ਇਸ ਗੱਲ ਦੀ ਪੁਸ਼ਟੀ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਅਤੇ ਭਾਈ ਵੀਰ ਸਿੰਘ ਕਰਦੇ ਹਨ। ਭਾਈ ਸਾਹਿਬ ਅਨੁਸਾਰ ਪਸ਼ਾਵਰ ਦੇ ਧਾਵੇ ਵੇਲੇ ਜਦੋਂ ਫੌਜ ਚੜ੍ਹੀ ਤਾਂ ਸਰਦਾਰ ਹਰੀ ਸਿੰਘ ਜੀ ਨੂੰ ਮਹਾਰਾਜਾ ਸਾਹਿਬ ਦਾ ਫਰਮਾਨ ਪਹੁੰਚਾ ਕਿ ਚਮਕਣੀ ਵਿੱਚ ਇੱਕ ਪੁਰਾਣਾ ਪੁਸਤਕਾਲਿਆ ਸੁਣੀਦਾ ਹੈ, ਜੰਗ ਵੇਲੇ ਕਿਸੇ ਗੱਲ ਦਾ ਧੁਰ ਸਿਰ ਨਹੀਂ ਰਹਿੰਦਾ, ਪਰ ਤੁਸਾਂ ਖਿਆਲ ਰੱਖਣਾ ਕਿ ਇਹ ਪੁਸਤਕਾਲਿਆ ਬਰਬਾਦ ਹੋਣ ਤੋਂ ਬਚਾ ਲਿਆ ਜਾਵੇ। ਜੇ ਸਿੱਖਾਂ ਦੇ ਹੱਥ 'ਚ ਰਾਜ ਆਇਆ ਤਾਂ ਉਹਨਾਂ ਦੀ ਸਭ ਤੋਂ ਵੱਡੀ ਗੱਲ ਸੀ ਵੀ ਜਦ ਕਿ ਲਾਇਬ੍ਰੇਰੀ ਤਬਾਹ ਨਾ ਹੋ ਜਾਏ ਜੰਗ ਦੇ ਵਿੱਚ। ਲਾਇਬ੍ਰੇਰੀਆਂ ਨੂੰ ਸਾੜਨਾ ਕਿਸੇ ਕੌਮ ਨੂੰ ਬੌਧਿਕ ਤੌਰ 'ਤੇ ਹੀਣਾ ਕਰਨਾ ਹੁੰਦਾ ਹੈ। ਚੈਕੋਸਲੋਵਾਕੀਆ ਦਾ ਨਾਵਲਕਾਰ ਮਿਲਾਨ ਕੁੰਦਰਾ ਇਸ ਕੁਕਰਮ ਦੀ ਵਿਆਖਿਆ ਇਸ ਤਰ੍ਹਾਂ ਕਰਦਾ ਹੈ, ਇੱਕ ਕੌਮ ਨੂੰ ਨਸ਼ਟ ਕਰਨ ਵਿੱਚ ਪਹਿਲਾ ਕਦਮ ਉਸ ਦੀ ਯਾਦਦਾਸ਼ਤ ਨੂੰ ਮੇਟ ਦੇਣਾ ਹੁੰਦਾ ਹੈ। ਉਸ ਦੀਆਂ ਕਿਤਾਬਾਂ, ਉਸ ਦੇ ਸੱਭਿਆਚਾਰ ਅਤੇ ਉਸ ਦੇ ਇਤਿਹਾਸ ਨੂੰ ਤਬਾਹ ਕਰ ਦੇਵੋ। ਫਿਰ ਕਿਸੇ ਕੋਲੋਂ ਨਵੀਆਂ ਕਿਤਾਬਾਂ ਲਿਖਵਾ ਲਵੋ, ਨਵਾਂ ਸੱਭਿਆਚਾਰ ਘੜ ਲਵੋ, ਇੱਕ ਨਵਾਂ ਇਤਿਹਾਸ ਰਚ ਲਵੋ। ਕੁਝ ਚਿਰ ਬਾਅਦ ਉਹ ਕੌਮ ਆਪੇ ਇਹ ਗੱਲ ਭੁੱਲ ਜਾਏਗੀ ਕਿ ਉਹ ਕੀ ਸੀ ਅਤੇ ਕੀ ਹੈ। ਇਹ ਅਰਥ ਵਿਆਖਿਆ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਹਮਲੇ 'ਤੇ ਇਹਨਾਂ ਮੈਨੂੰ ਪੂਰੀ ਤਰ੍ਹਾਂ ਢੁਕਦੀ ਹੈ। ਜਦ ਭਾਰਤੀ ਹਾਕਮਾਂ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਉਹਨਾਂ ਨੂੰ ਸਿੱਖ ਕੌਮ ਅੰਦਰ ਪੈਦਾ ਹੋਣ ਵਾਲੇ ਰੋਹੀਲੇ ਪ੍ਰਤੀਕਰਮ ਦਾ ਅੰਦਾਜ਼ਾ ਵੀ ਸੀ ਅਤੇ ਸੀ ਵੀ ਨਹੀਂ। ਰੋਹ ਭਰੇ ਫੌਰੀ ਪ੍ਰਤੀਕਰਮ ਨੂੰ ਥਾਂ ਨੱਪਣ ਲਈ ਉਹਨਾਂ ਨੇ ਪਹਿਲਾਂ ਹੀ ਪੂਰੇ ਪੰਜਾਬ ਨੂੰ ਸ਼ਿਕੰਜੇ ਵਾਂਗ ਜਕੜ ਰੱਖਿਆ ਸੀ। ਪਰ ਇਸ ਰੋਹੀਲੇ ਪ੍ਰਤੀਕਰਮ ਦੀ ਉਮਰ ਇੰਨੀ ਲੰਬੀ ਹੋ ਜਾਏਗੀ, ਇਹ ਉਹਨਾਂ ਦਾ ਅੰਦਾਜ਼ਾ ਨਹੀਂ ਸੀ। ਹਮਲੇ ਤੋਂ ਫੌਰੀ ਬਾਅਦ ਉਹਨਾਂ ਨੇ ਜਿੱਥੇ ਹਮਲੇ ਦੇ ਸਾਰੇ ਨਿਸ਼ਾਨ ਮਿਟਾਉਣ ਦੀ ਤੱਦੀ ਦਿਖਾਈ, ਉੱਥੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਲੀਡਰਸ਼ਿਪ ਵੀ ਇਹੋ ਜਿਹੀ ਚਾਹੀਦੀ ਸੀ ਜੋ ਕੌਮ ਅੰਦਰ ਪਨਪੇ ਇਸ ਰੋਹ ਨੂੰ ਹੌਲੀ ਹੌਲੀ ਸ਼ਾਂਤ ਕਰ ਦੇਵੇ ਅਤੇ ਸਿੱਖ ਮਨਾਂ 'ਚ ਉਸ ਦੀ ਯਾਦ ਨੂੰ ਧੁੰਦਲਾ ਕਰ ਦੇਵੇ। ਸਿੱਖ ਰੈਫਰੈਂਸ ਲਾਇਬ੍ਰੇਰੀ ਵੀ ਇਹਨਾਂ ਕੁਟਲ ਚਾਲਾਂ ਦੀ ਹੀ ਭੇਟ ਚੜ੍ਹ ਚੁੱਕੀ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਸਕੱਤਰ ਪ੍ਰੋਫੈਸਰ ਮਨਜੀਤ ਸਿੰਘ ਕਲਕੱਤਾ, ਸੁਰਜੀਤ ਸਿੰਘ ਅਤੇ ਹਰਬਿਆੰਤ ਸਿੰਘ ਵੱਲੋਂ 1991 ਤੋਂ ਲੈ ਕੇ ਸੰਨ 2003 ਤੱਕ ਪ੍ਰਧਾਨ ਮੰਤਰੀ BP ਸਿੰਘ, ਇੰਦਰ ਕੁਮਾਰ ਗੁਜਰਾਲ, ਗ੍ਰਹਿ ਮੰਤਰੀ LK ਅਡਵਾਨੀ, ਮੈਂਬਰ ਪਾਰਲੀਮੈਂਟ ਸਰਦਾਰ ਸੁਰਿੰਦਰ ਸਿੰਘ ਆਹਲੂਵਾਲੀਆ ਅਤੇ ਸਰਦਾਰ ਜਗਮੀਤ ਸਿੰਘ ਬਰਾੜ ਆਦਿ ਨੂੰ ਪੱਤਰ ਤਾਂ ਲਿਖੇ ਗਏ ਹਨ ਕਿ ਰੈਫਰੈਂਸ ਲਾਇਬ੍ਰੇਰੀ ਵਾਪਸ ਕਰਵਾਈ ਜਾਵੇ, ਪਰ ਚੰਗੇ ਵਕੀਲ ਕਰਕੇ ਕਿਸੇ ਦਲ ਦਾ ਸਹਾਰਾ ਨਹੀਂ ਲਏਗਾ। ਹੋਰ ਤਾਂ ਹੋਰ ਸ਼੍ਰੋਮਣੀ ਕਮੇਟੀ ਨੇ ਤਾਂ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਬਾਰੇ ਆਪਣਾ ਵਾਈਟ ਪੇਪਰ ਵੀ 1996 'ਚ ਉਹ ਵੀ ਅੰਗਰੇਜ਼ੀ 'ਚ ਜਾਰੀ ਕੀਤਾ ਅਤੇ ਜਿਹਦੀ ਹੁਣ ਕੋਈ ਕਾਪੀ ਨਹੀਂ ਮਿਲਦੀ। ਲਾਇਬ੍ਰੇਰੀ ਦੇ ਮਾਮਲੇ ਨੂੰ ਕਿਸੇ ਨੇ ਕਿੰਨੀ ਗੰਭੀਰਤਾ ਨਾਲ ਲਿਆ, ਇਸ ਦੀ ਮਿਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਵਕਤ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਦੀ ਪੁਸਤਕ ਅੱਖੀਂ ਡਿੱਠਾ ਸਾਕਾ ਨੀਲਾ ਤਾਰਾ ਵਿੱਚੋਂ ਵੀ ਮਿਲਦੀ ਹੈ। ਉਹਨਾਂ ਅਨੁਸਾਰ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਲਾਭ ਸਿੰਘ ਨੇ ਕਿਸੇ CID ਵਾਲਿਆਂ ਨੇ ਦੱਸਿਆ ਕਿ ਲਾਇਬ੍ਰੇਰੀ ਦੇ ਹੱਥ ਲਿਖਤ ਗੁਟਕੇ ਅਤੇ ਪੋਥੀਆਂ ਦਿੱਲੀ ਵਿੱਚ ਰੁਲ ਰਹੇ ਹਨ। ਉਸ ਨੇ 1-2 ਗੁਟਕੇ ਲਿਆ ਕੇ ਵੀ ਦਿੱਤੇ ਸਨ, ਪਰ ਕੋਈ ਜ਼ਿੰਮੇਵਾਰ ਵਿਅਕਤੀ ਇੱਧਰ ਪੜਤਾਲ ਕਰਨ ਵੱਲ ਹੀ ਨਹੀਂ ਤੁਰਿਆ। ਇਹ ਸਵਾਲ ਤਾਂ ਜਥੇਦਾਰ ਸਾਹਿਬ 'ਤੇ ਕਰਨਾ ਹੀ ਬਣਦਾ ਹੈ ਕਿ ਤੁਸੀਂ ਜਥੇਦਾਰ ਹੋਣ ਦੀ ਹੈਸੀਅਤ ਵਿੱਚ ਜ਼ਿੰਮੇਵਾਰ ਬੰਦੇ ਦੀ ਡਿਊਟੀ ਕਿਉਂ ਨਹੀਂ ਲਗਾਈ। ਛਾਕੇ ਤੋਂ ਪੂਰੇ 14 ਸਾਲਾਂ ਬਾਅਦ ਮਾਰਚ 2000 ਵਿੱਚ ਉਦੋਂ ਦੇ ਗ੍ਰਹਿ ਮੰਤਰੀ ਜਾਰਜ ਫਰਨਾਂਡੇਜ਼ ਨੇ ਸ਼੍ਰੋਮਣੀ ਕਮੇਟੀ ਵੱਲੋਂ ਲਿਖਿਆ ਇੱਕ ਪੱਤਰ ਦੇ ਜਵਾਬ ਵਿੱਚ ਲਿਖਿਆ ਸੀ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦਸਤਾਵੇਜ਼ CBI ਕੋਲ ਹਨ। ਉਸ ਵਕਤ ਪੰਜਾਬ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਪਰ ਸਰਕਾਰ ਨੇ ਇਸ ਸੰਬੰਧੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਨਾਲ ਕੀ ਚਿੱਠੀ ਪੱਤਰ ਕੀਤਾ, ਇਸ ਸੰਬੰਧੀ ਕੋਈ ਜਾਣਕਾਰੀ ਨਹੀਂ। ਇਸੇ ਤਰ੍ਹਾਂ 11 ਜੂਨ ਅਤੇ 12 ਜੂਨ 2000 ਦੇ ਰੋਜ਼ਾਨਾ ਅਜੀਤ ਵਿੱਚ ਪੱਤਰਕਾਰ ਮੇਜਰ ਸਿੰਘ ਅਤੇ ਜਗਤਾਰ ਸਿੰਘ ਲਾਂਬਾ ਵੱਲੋਂ ਪੰਜਾਬ ਦੇ DSP ਰਹੇ ਸਫਦਲ ਸਿੰਘ ਅਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਰਣਜੀਤ ਸਿੰਘ ਨੰਦਾ ਨਾਲ ਮੁਲਾਕਾਤਾਂ ਕਰਕੇ ਵਿਸਥਾਰਤ ਰਿਪੋਰਟਾਂ ਛਾਪੀਆਂ ਗਈਆਂ, ਜਿਨ੍ਹਾਂ ਵਿੱਚ ਦੋਵਾਂ ਅਫਸਰਾਂ ਨੇ ਰੈਫਰੈਂਸ ਲਾਇਬ੍ਰੇਰੀ ਦੀਆਂ ਹੱਥ ਲਿਖਤ ਪੋਥੀਆਂ, ਗੁਟਕੇ, ਹੁਕਮਨਾਮੇ ਅਤੇ ਹੋਰ ਦਸਤਾਵੇਜ਼ CBI ਦੇ ਕਬਜ਼ੇ ਵਿੱਚ ਹੋਣ ਦੀ ਪੁਸ਼ਟੀ ਕੀਤੀ ਸੀ। ਸ਼ਬਦਲ ਸਿੰਘ ਨੇ ਦੱਸਿਆ ਸੀ ਕਿ ਉਹ 5 ਜੂਨ 1984 ਨੂੰ ਸ੍ਰੀ ਅੰਮ੍ਰਿਤਸਰ ਵਿੱਚ CBI ਨਾਲ ਡਿਊਟੀ 'ਤੇ ਸਨ। 2 ਹਫ਼ਤਿਆਂ ਬਾਅਦ CBI ਦੇ ਡਾਇਰੈਕਟਰ ਬਾਬਾ ਹਰਕਿਸ਼ਨ ਸਿੰਘ ਨਾਲ ਜਦ ਦਾਦਾ ਸਾਂਸੀ ਹਵਾਈ ਅੱਡੇ ਅੰਦਰ ਦਾਖਲ ਹੋਇਆ ਤਾਂ ਉਸ ਵਕਤ ਭਾਰਤੀ ਫੌਜ ਦੇ ਜਹਾਜ਼ ਵਿੱਚੋਂ ਬਹੁਤ ਸਾਰੇ ਬੈਗ ਥੱਲੇ ਸੁੱਟੇ ਹੋਏ ਸਨ, ਜਿਨ੍ਹਾਂ ਵਿੱਚੋਂ ਹੱਥ ਲਿਖਤ ਪੋਥੀਆਂ,
ਤੇ ਗੁਟਕੇ ਧਰਤੀ ਤੇ ਖਿੰਡੇ ਪਏ ਸਨ। ਉਹਨਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਇਹ ਸਾਰਾ ਨਾਤੇ ਉਸਦੇ ਮਨ ਨੂੰ ਬਹੁਤ ਧੱਕਾ ਲੱਗਿਆ। ਉਹਨਾਂ ਅਨੁਸਾਰ ਪਹਿਲਾਂ ਸਾਰਾ ਸਮਾਨ ਫੌਜ ਦਿੱਲੀ ਲੈ ਗਈ ਸੀ ਤੇ ਪਰ ਸ੍ਰੀ ਅੰਮ੍ਰਿਤਸਰ ਲਿਆਂਦਾ ਗਿਆ। ਬਾਅਦ ਵਿੱਚ ਇੱਥੋਂ ਦੇ ਯੂਥ ਹੋਸਟਲ ਵਿੱਚ 2 ਮਹੀਨੇ ਸਮਾਨ ਦੀ ਜਾਂਚ ਪੜਤਾਲ ਚੱਲਦੀ ਰਹੀ। ਸ਼ਬਦਲ ਸਿੰਘ ਦਾ ਕਹਿਣਾ ਸੀ ਕਿ 6 ਜੂਨ ਤੋਂ ਬਾਅਦ ਹੀ ਫੌਜ ਤਾਂ ਕਹਿੰਦੀ ਆ ਰਹੀ ਸੀ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਤਾਂ ਸੜ ਗਈ ਹੈ ਤੇ 9 ਜੂਨ ਨੂੰ ਸੜੀ ਹੋਈ ਲਾਇਬ੍ਰੇਰੀ ਦਾ ਚਾਰਜ ਵੀ ਦਵਿੰਦਰ ਸਿੰਘ ਦੁੱਗਲ ਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀ। ਪਰ ਫਿਰ 2 ਹਫ਼ਤਿਆਂ ਬਾਅਦ ਹੀ ਹੱਥ ਲਿਖਤ ਪੁਸਤਕਾਂ ਤੇ ਗੁਟਕੇ ਤੇ ਹੋਰ ਦਸਤਾਵੇਜ਼ ਕਿੱਥੋਂ ਆ ਗਏ। ਰਣਜੀਤ ਸਿੰਘ ਨੰਦਾ ਨੇ ਵੀ ਸ਼ਬਦਲ ਸਿੰਘ ਦੀਆਂ ਗੱਲਾਂ ਦੀ ਪੁਸ਼ਟੀ ਕੀਤੀ ਹੈ ਕਿ CBI ਦੀ ਜਾਂਚ ਟੀਮ ਵਿੱਚ ਪੰਜਾਬ ਪੁਲਿਸ ਦੇ DIG ਬਜਿੰਦਰ ਕੁਮਾਰ ਵੀ ਸ਼ਾਮਲ ਸਨ। ਉਹਨਾਂ ਕਿਹਾ 190 ਬੈਗ ਪੋਥੀਆਂ, ਗੁਟਕਿਆਂ, ਰੁਮਾਲਿਆਂ, ਹੁਕਮਨਾਮਿਆਂ ਤੇ ਹੋਰ ਦਸਤਾਵੇਜ਼ਾਂ ਨਾਲ ਭਰੇ ਹੋਏ ਸਨ। ਪਰ ਜਾਂਚ ਤੋਂ ਬਾਅਦ CBI ਇਸ ਸਮਾਨ ਨੂੰ ਕਿੱਥੇ ਲੈ ਗਈ ਇਹ ਹਾਲਾਂ ਤੱਕ ਵੀ ਬੁਝਾਰਤ ਬਣੀ ਹੋਈ ਹੈ। ਰੋਜ਼ਾਨਾ ਅਜੀਤ ਵਿੱਚ ਰਿਪੋਰਟਰ ਛਪਣ ਤੋਂ ਬਾਅਦ ਜੁਲਾਈ 2003 ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਡੋਰੀ ਰਮਾਣਾ ਦੇ ਭਾਈ ਸਤਨਾਮ ਸਿੰਘ ਵੱਲੋਂ ਐਡਵੋਕੇਟ ਰੰਜਨ ਲਖਨਪਾਲ ਰਾਹੀਂ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ। ਪਟੀਸ਼ਨ ਵਿੱਚ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦਾ ਸਕੱਤਰ, ਰੱਖਿਆ ਮੁਤੱਲਕਾ ਸਕੱਤਰ, CBI ਦਾ ਡਾਇਰੈਕਟਰ, ਪੰਜਾਬ ਸਰਕਾਰ ਦਾ ਮੁੱਖ ਸਕੱਤਰ, ਸ਼੍ਰੋਮਣੀ ਕਮੇਟੀ ਨੂੰ ਪਾਰਟੀ ਬਣਾਇਆ ਗਿਆ। ਪਰ ਬਾਅਦ ਵਿੱਚ ਅਰਜ਼ੀ ਦੇ ਕੇ ਸ਼੍ਰੋਮਣੀ ਕਮੇਟੀ ਖੁਦ ਹੀ ਭਾਈ ਸਤਨਾਮ ਸਿੰਘ ਨਾਲ ਦੂਜੇ ਨੰਬਰ ਦੀ ਪਾਰਟੀ ਬਣ ਗਈ ਕਿ ਅਸੀਂ ਇਸ ਲਾਇਬ੍ਰੇਰੀ ਦੇ ਕੇਅਰ ਟੇਕਰ ਹਾਂ, ਸਾਨੂੰ ਵੀ ਪਾਰਟੀ ਬਣਾਇਆ ਜਾਵੇ। ਨਾਲ ਹੀ ਸ਼੍ਰੋਮਣੀ ਕਮੇਟੀ ਨੇ ਹਾਈ ਕੋਰਟ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਮਾਨ ਦੀ ਇੱਕ ਸੂਚੀ ਪੇਸ਼ ਕਰਤੀ ਜਿਸ ਵਿੱਚ 20 ਲੱਖ ਰੁਪਏ ਦੀਆਂ 20,000 ਕਿਤਾਬਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਸਮੇਤ ਪੋਥੀਆਂ ਤੇ ਗੁਟਕੇ 2500, ਦੁਰਲੱਭ ਪੁਸਤਕਾਂ ਤੇ ਹੱਥ ਲਿਖਤ ਖਰੜੇ 500, ਦੁਰਲੱਭ ਕਿਤਾਬਾਂ, ਦਸਤਾਵੇਜ਼ ਤੇ ਲੇਖਾਂ ਦੇ ਟਾਈਪਡ ਖਰੜੇ 200, ਨਵੀਆਂ ਪੁਰਾਣੀਆਂ ਅਖਬਾਰਾਂ ਦੇ ਜਲਦਾਂ 1200, ਦੁਰਲੱਭ ਚਿੱਤਰਾਂ ਦੀਆਂ ਐਲਬਮਾਂ 18। ਇਹ ਸ਼੍ਰੋਮਣੀ ਕਮੇਟੀ ਨੇ ਹਾਈ ਕੋਰਟ 'ਚ ਲਿਸਟ ਪੇਸ਼ ਕਰਤੀ ਵੀ ਸਾਡਾ ਆਹ ਸਮਾਨ ਗੁੰਮ ਹੋਇਆ ਉਦੋਂ ਭਾਈ ਸਤਨਾਮ ਸਿੰਘ ਜੀ ਦੇ ਨਾਲ ਹੀ। CBI ਨੇ ਦਸੰਬਰ 2003 ਵਿੱਚ ਵਕੀਲ ਰਾਜਨ ਗੁਪਤਾ ਰਾਹੀਂ ਜਵਾਬਨਾਮਾ ਦਾਇਰ ਕਰਤਾ। ਮੰਨਿਆ ਕਿ CBI ਨੇ ਫੌਜ ਕੋਲੋਂ 26/4/1984, 4/7/1984, 6/7/1984 ਨੂੰ 4000 ਦਸਤਾਵੇਜ਼ ਪ੍ਰਾਪਤ ਕੀਤੇ ਸਨ। ਇਹ ਦਸਤਾਵੇਜ਼ ਅੰਮ੍ਰਿਤਸਰ ਦੇ ਯੂਥ ਹੋਸਟਲ ਵਿੱਚ ਲਿਜਾ ਕੇ ਜਾਂਚ ਪੜਤਾਲ ਕੀਤੀ ਗਈ ਸੀ। ਇਸੇ ਦੌਰਾਨ ਗ੍ਰਹਿ ਵਿਭਾਗ ਦੇ ਅੰਡਰ ਸੈਕਟਰੀ ਵਰਿੰਦਰ ਕੁਮਾਰ ਵੱਲੋਂ ਵਕੀਲ ਪ੍ਰਵੀਨ ਚੰਦਰ ਨੇ ਜਵਾਬਨਾਮਾ ਦਾਇਰ ਕੀਤਾ ਜਿਸ ਵਿੱਚ ਕਿਹਾ ਕਿ ਮਿਤੀ 5/7/1983 ਨੂੰ ਰਸੀਦ ਨੰਬਰ RC 83 SIC CBI ਸਪੈਸ਼ਲ ਨੰਬਰ ਦਿੱਲੀ ਰਾਹੀਂ CBI ਨੂੰ 4 ਵੱਡੇ ਬੈਗ ਤੇ 72 ਛੋਟੇ ਬੈਗ ਸੌਂਪੇ ਗਏ ਸਨ। ਫਿਰ ਮਿਤੀ 6 ਜੁਲਾਈ 1983 ਨੂੰ 36 ਬੈਗ, ਮਿਤੀ 7 ਜੁਲਾਈ ਨੂੰ 83 ਬੈਗ, 16 ਛੋਟੇ ਵੱਡੇ ਤੇ 47 ਬੈਗ, 16 ਵੱਡੇ ਬੈਗ ਤੇ 47 ਛੋਟੇ ਬੈਗ ਸੌਂਪੇ ਗਏ ਸਨ। ਇਸੇ ਤਰ੍ਹਾਂ 6 ਮਾਰਚ 1985 ਨੂੰ 12 ਬੈਗ ਸੌਂਪੇ ਗਏ ਸਨ। ਇਹ ਗ੍ਰਹਿ ਵਿਭਾਗ ਨੇ ਹਾਈ ਕੋਰਟ 'ਚ ਕਿਹਾ ਵੀ ਅਸੀਂ ਇਹ ਇਹਨਾਂ ਡੇਟਾ ਨੂੰ ਹਰ ਰਸੀਦ ਨੰਬਰ ਤੇ CBI ਨੂੰ ਸਮਾਨ ਸੌਂਪਤਾ। ਹਾਈ ਕੋਰਟ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਤਾਂ CBI ਨੇ ਆਪਣੇ ਦਾਅਵੇ ਦੇ ਵਿੱਚ ਕਿਹਾ ਕਿ ਏਜੰਸੀ ਨੇ ਕੋਰਟ ਦੇ ਹੁਕਮਾਂ ਤੇ 13/10/1999 ਨੂੰ, 20/6/1990 ਤੇ 28/12/1990 ਨੂੰ ਕੁਝ ਦਸਤਾਵੇਜ਼ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤੇ ਸਨ। ਇਹ 3 ਡੇਟਾਂ ਉਹਨਾਂ ਦਿੱਤੀਆਂ ਨੇ ਜੋ ਹਾਈ ਕੋਰਟ ਦੇ ਵਿੱਚ CBI ਨੇ ਕਿਹਾ ਵੀ ਅਸੀਂ ਇਹ ਦਸਤਾਵੇਜ਼ਾਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰਤੀਆਂ। ਅਤੇ ਉਹਨਾਂ ਨੇ ਕੁਝ 17 ਚੀਜ਼ਾਂ ਦੀ ਸੂਚੀ ਵੀ ਪੇਸ਼ ਕੀਤੀ ਉਸ ਦਿਨ ਵੀ ਆਹ ਚੀਜ਼ਾਂ ਸ਼੍ਰੋਮਣੀ ਕਮੇਟੀ ਦੇ ਰਿਕਾਰਡ 'ਚ ਹੈਗੀਆਂ। ਉਹ ਜਿਹੜੀ 17 ਆਈਟਮਾਂ ਦੀ ਸੂਚੀ ਪੇਸ਼ ਕੀਤੀ ਹੈ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਫ਼ਤਰ ਦਾ ਰਿਕਾਰਡ ਸੀ, ਹੋਰ ਕਮਰਿਆਂ ਦਾ ਫੋਟੋਕਲ ਸਮਾਨ ਸੀ ਜਿਨ੍ਹਾਂ 'ਚ ਡਾਇਰੀਆਂ ਸੀ, ਪਾਸਬੁੱਕਾਂ ਸੀ, ਚੈੱਕ ਬੁੱਕਾਂ ਸੀ, ਸ਼ਨਾਖਤੀ ਕਾਰਡ ਸੀ, ਰਜਿਸਟਰ ਸੀ। ਇਹ CBI ਨੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ। ਸਾਡੇ ਕੋਲ ਆਹ 117 ਚੀਜ਼ਾਂ ਦੀ ਲਿਸਟ ਵੀ ਹੈ ਜਿਹੜੀ ਅਸੀਂ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ। ਫੋਟੋਕਲ ਸਮਾਨ ਜਿਹੜਾ ਕਮਰਿਆਂ 'ਚੋਂ ਇਕੱਠਾ ਕੀਤਾ ਸੀ। ਤਾਂ CBI ਨੇ ਕਿਹਾ ਕਿ ਉਹਨਾਂ ਕੋਲ 4000 ਦਸਤਾਵੇਜ਼ ਸਨ। ਮੰਨੇ ਆ ਉਹ ਵੀ ਉਹਨਾਂ 'ਚੋਂ ਕੁਛ ਤਾਂ ਜੋਧਪੁਰ ਜਿਹੜੇ ਚੱਲ ਰਹੇ ਕੇਸ ਸੀ ਉਹ ਚਲਾਣਾ ਨਾਲ ਲਾਤੇ ਅਸੀਂ, ਅਤੇ ਕੁਛ ਭੜਕਾਊ ਸਮਝ ਕੇ ਛਾੜ ਤੇ। ਅਤੇ ਹੁਣ ਉਹਨਾਂ ਕੋਲ 5 ਚੀਜ਼ਾਂ ਬਾਕੀ ਹੈ। ਹਾਈ ਕੋਰਟ 'ਚੋਂ CBI ਨੇ ਕਿਹਾ ਸਿਰਫ ਸਾਡੇ ਕੋਲ 5 ਆਈਟਮਾਂ ਬਾਕੀ ਆ, ਜਿਹਦੇ ਵਿੱਚੋਂ ਪਹਿਲੇ ਨੰਬਰ 'ਤੇ ਕਿਹਾ ਵੀ ਮਈ 1984 ਦਾ ਸੰਤ ਸਿਪਾਹੀ ਮੈਗਜ਼ੀਨ ਦੇ ਕਾਪੀ, 2 ਨੰਬਰ 'ਤੇ ਵੱਖ-ਵੱਖ ਚਿੱਠੀਆਂ ਦੀ ਫਾਈਲ ਆ ਜਿਹਦੇ 49 ਵਰਕੇ ਨੇ, ਤੀਜੇ ਨੰਬਰ 'ਤੇ ਇੱਕ ਬਲਵਿੰਦਰ ਸਿੰਘ ਖੋਜਕੀਪੁਰ ਦੀ 1983 ਦੀ ਡਾਇਰੀ ਸਾਡੇ ਕੋਲ ਆ, ਅਤੇ ਚੌਥੇ ਨੰਬਰ 'ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ 29/9/83 ਦੀ ਸਾਲਾਨਾ ਰਿਪੋਰਟ ਆ। 5ਵੇਂ ਨੰਬਰ 'ਤੇ ਉਹਨੇ ਕਿਹਾ CBI ਨੇ ਵੀ ਸਾਡੇ ਕੋਲ ਅਸਲੇ ਦਾ ਲਾਇਸੈਂਸ ਆ ਜਿਹੜਾ ਲਾਇਸੈਂਸ ਨੰਬਰ 926 ABG ਅੰਮ੍ਰਿਤਸਰ ਜੋ ਚੰਨਣ ਸਿੰਘ ਦੇ ਵਿਅਕਤੀ ਦੇ ਨਾਂ 'ਤੇ ਆ। ਇਹ ਸਾਡੇ ਕੋਲ 5 ਆਈਟਮਾਂ ਸਿਰਫ ਹੁਣ ਤੱਕ ਬਾਕੀ ਨੇ। ਹਾਈ ਕੋਰਟ 'ਚ ਉਹਨੇ ਰਿਪੋਰਟ ਪੇਸ਼ ਕੀਤੀ ਆ ਜਿਹੜਾ ਭਾਈ ਸਤਨਾਮ ਸਿੰਘ ਖੰਡਾ ਜੀ ਹੋਰਾਂ ਨੇ ਬੱਲਕ ਕੇਸ ਲਾਇਆ ਸੀ ਉਹਦੇ ਵਿੱਚੋਂ ਦਾ ਸਾਰਾ ਆਇਆ।
ਹੁਣ ਸਵਾਲ ਪੈਦਾ ਵੀ ਜੋ ਜਿਹੜੀਆਂ ਮਤਲਬ ਸੀਬੀਆਈ ਨੇ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖ ਸਰੂਪ, ਪੋਥੀਆਂ, ਹੁਕਮਨਾਮੇ, ਗੁਟਕੇ, ਧਰਮ ਪੁਸਤਕਾਂ, ਕੀ ਇਹ ਭੜਕਾਊਗਾ ਕੋ ਸਾੜ ਸਕਦੇ ਸੀ? ਬਿਲਕੁਲ ਨਹੀਂ ਸਾੜ ਸਕਦੇ। ਉਹ ਤਾਂ ਉਹਨੇ ਵਾਪਸ ਕੀਤੀਆਂ ਨਾ, ਭਾਵੇਂ ਉਹਨੇ ਕਿਹਾ ਵੀ ਅਸੀਂ ਕੁਛ ਸਾੜਤਾ, ਇਹ ਨਹੀਂ ਕਿਹਾ ਕਿਹੜਾ ਸਾੜਤਾ। ਹਾਈ ਕੋਰਟ ਦੇ ਵਿੱਚ ਉਹਨੇ ਕਿਹਾ, ਲਿਸਟ ਨਹੀਂ ਤੇ ਕੌਣ ਕਿਹੜਾ ਵੀ ਅਸੀਂ ਕੁਛ ਭੜਕਾਊ ਸਮਝ ਕੇ ਸਾੜਤੇ, ਇਹ ਉਹਨੇ ਗੱਲ ਗਲੋਂ ਲਾਤੀ। ਪਰ ਇਹ ਹੋ ਹੀ ਨਹੀਂ ਸਕਦਾ। ਜੋ ਸਰੂਪ, ਪੋਥੀਆਂ ਅਤੇ ਹੁਕਮਨਾਮੇ ਜਿਹੜੇ ਸਾਰੇ ਆ ਉਹਨੂੰ ਪਤਾ ਵੀ ਇੱਕ ਧਾਰਮਿਕ ਨੇ, ਇਹ ਥੋੜ੍ਹਾ ਅਸੀਂ ਭੜਕਾਊ ਸਮਝ ਕੇ ਸਾੜ ਸਕਦੇ ਹਾਂ। ਇਹ ਵੀ ਉੱਥੋਂ ਤੱਕ ਗੋਲ ਮੋਲ ਜਵਾਬ ਸੀ, ਅਸੀਂ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਕਹਿਤਾ ਜਾਂ ਕਿਵੇਂ ਕਹਿਤਾ, ਉੱਥੇ ਉਹ ਗੱਲ ਨੂੰ ਲੁਕੋ ਰਹੇ ਆ। ਇਸੇ ਤਰ੍ਹਾਂ ਹੀ ਮਤਲਬ ਸਾਰੇ ਕੇਸ ਦੀ ਸੁਣਵਾਈ ਤੋਂ ਬਾਅਦ ਚੀਫ ਜਸਟਿਸ ਵਿਨੋਦ ਕੁਮਾਰ ਰਾਏ ਅਤੇ ਜਸਟਿਸ ਸੂਰਿਆ ਕਾਂਤ ਨੇ ਐਡਵੋਕੇਟ ਹਰਦੇਵ ਸਿੰਘ ਮੱਤੇ ਨੰਗਲ, ਐਡਵੋਕੇਟ ਰੰਜਨ ਲਖਨਪਾਲ, ਕੇਂਦਰ ਸਰਕਾਰ ਦੇ ਵਕੀਲ PC ਗੋਇਲ ਅਤੇ ਪੰਜਾਬ ਸਰਕਾਰ ਦੇ ਸੀਨੀਅਰ DIG ਮਿਸੇਸ ਚਾਰੂਤੁਲੀ ਦੀ ਹਾਜ਼ਰੀ ਵਿੱਚ ਇਹ ਫੈਸਲਾ 26/4/2004 ਨੂੰ ਸੁਣਾਤਾ। ਉਹਨੇ 3 ਪੰਨਿਆਂ ਦੇ ਫੈਸਲੇ ਸੀਬੀਆਈ ਦੇ ਜਵਾਬ ਨੂੰ ਮੈਨੂੰ ਪ੍ਰਵਾਨ ਕਰ ਲਿਆ। ਜੋ ਸੀਬੀਆਈ ਨੇ ਲਿਖਿਆ, ਜੋ ਸਾਨੂੰ ਜਵਾਬ ਦਿੱਤਾ, ਅਸੀਂ ਇਹਦੇ ਨਾਲ ਸਹਿਮਤ ਹਾਂ। ਉਹਨੇ ਨਾਲ ਹੀ ਕੇਂਦਰ ਸਰਕਾਰ ਨੂੰ ਉਸ ਆਰਡਰ 'ਚ ਪਾਸ ਕਰਤਾ ਵੀ ਜਿਹੜੀਆਂ ਤੁਹਾਡੇ ਕੋਲ ਕੋਈ ਹੋਰ ਚੀਜ਼ਾਂ ਬਾਕੀ ਬਚੀਆਂ ਹੋਈਆਂ ਨੇ ਆਈਟਮਾਂ, ਉਹ ਵੀ ਤੁਸੀਂ ਸਿੱਖਾਂ ਨੂੰ, ਜਿਹੜੀ ਪਾਰਟੀ ਹੈਗੀ ਆ ਕੇਅਰ ਟੇਕਰ ਸ਼੍ਰੋਮਣੀ ਕਮੇਟੀ ਆ ਗਈ, ਇਹਨੂੰ ਵਾਪਸ ਕਰ ਦਿਓ। ਅਤੇ ਨਾਲ ਹੀ ਉਹਨੇ ਇਹ ਵੀ ਪਟੀਸ਼ਨ ਜੋ ਹੁਕਮ ਕੀਤਾ ਜਾਰੀ ਵੀ ਜਿਹੜੇ ਇਹ ਪਟੀਸ਼ਨਰ ਨੇ ਭਾਈ ਸਤਨਾਮ ਸਿੰਘ, ਸ਼੍ਰੋਮਣੀ ਕਮੇਟੀ, ਇਹ ਸਾਡੇ ਫੈਸਲੇ ਦੇ ਖਿਲਾਫ ਜਾਂ ਕਿਵੇਂ ਵੀ ਇਹ ਸੁਪਰੀਮ ਕੋਰਟ 'ਚ ਵੀ ਜਾ ਸਕਦੇ ਨੇ, ਜਿਹਦੀ ਤਸੱਲੀ ਨਹੀਂ ਹੁੰਦੀ। ਹਾਈ ਕੋਰਟ ਦੇ ਫੈਸਲੇ 'ਚ ਲਿਖਿਆ, ਮੇਰੇ ਕੋਲ ਫਾਈਲ ਇੱਥੇ ਮੌਜੂਦ ਨਹੀਂ, ਕਿ ਮੇਰੇ ਕਾਫੀ ਵੱਡਾ ਹੁੰਦਾ 300-400 ਪੇਜ ਦਾ ਫੈਸਲਾ ਗਾ, ਜਿਹੜਾ ਸਾਰੇ ਕੇਸ ਦਾ ਹੈਗਾ, ਹਾਈ ਕੋਰਟ ਨੇ ਮੇਰੇ ਕਢਾਇਆ ਹੋਏਗਾ। ਸੋ ਇਹਦਾ ਜਦੋਂ ਫਿਰ ਮੇਰੀ ਪਿਛਲੇ ਸਾਲ ਹੀ ਜਦੋਂ ਮੈਂ ਉਹਦਾ ਸਾਰਾ ਫੈਸਲਾ ਕਢਾਇਆ ਹਾਈ ਕੋਰਟ ਦੇ ਵਿੱਚ 2 ਸਾਲ ਪਹਿਲਾਂ, ਅਤੇ ਮੇਰੀ ਨਾਲ ਭਾਈ ਸਤਨਾਮ ਸਿੰਘ ਖੰਡ ਨਾਲ ਗੱਲ ਹੋਈ ਵੀ ਤੁਸੀਂ ਭਾਈ ਸਾਹਿਬ ਜੋ ਹਾਈ ਕੋਰਟ ਦੀ ਤੁਸੀਂ ਸੰਤੁਸ਼ਟ ਨਹੀਂ ਸੀਗੇ, ਤੁਸੀਂ ਸੁਪਰੀਮ ਕੋਰਟ ਕਿਉਂ ਨਹੀਂ ਗਏ? ਸੁਪਰੀਮ ਕੋਰਟ 'ਚ ਅਪੀਲ ਪਾਉਣੀ ਬਣਦੀ ਸੀਗੀ। ਕੁਛ ਇਹ ਸਵਾਲ ਸ਼੍ਰੋਮਣੀ ਕਮੇਟੀ 'ਤੇ ਵੀ ਆ ਵੀ ਜਦੋਂ ਤੁਸੀਂ ਕੇਸ ਹੀ ਹਾਰ ਗਏ, ਤੁਸੀਂ ਸੰਤੁਸ਼ਟ ਕਰਾਤਾ, ਤੁਹਾਨੂੰ ਸੀਬੀਆਈ ਨੇ ਸੰਤੁਸ਼ਟ ਕਰਾਤਾ, ਹਾਈ ਕੋਰਟ ਨੂੰ ਸੰਤੁਸ਼ਟ ਕਰਾਤਾ, ਅਸੀਂ ਤਾਂ ਸਾਰਾ ਕੁਛ ਕਰ ਚੁੱਕੇ ਹਾਂ, ਸਾਡੇ ਕੋਲ ਤਾਂ ਕੱਖ ਨੇ 5 ਆਈਟਮਾਂ ਨੇ ਜਿਹੜੀਆਂ ਨਗੂਣੀਆਂ ਨੇ, ਨਿੱਕੀਆਂ ਨਿੱਕੀਆਂ ਗੱਲਾਂ, ਸੰਤ ਸਿਪਾਹੀ ਦੀ ਕਾਪੀ ਕੀ ਉਹ ਮੰਨ ਰੱਖਦੀ ਆ। ਸ਼੍ਰੋਮਣੀ ਕਮੇਟੀ ਵੀ ਸੁਪਰੀਮ ਕੋਰਟ 'ਚ ਨਹੀਂ ਗਈ। ਭਾਈ ਸਾਹਿਬ ਹੋਰਾਂ ਨੇ ਜਵਾਬ ਦਿੱਤਾ ਵੀ ਮੈਂ ਬਹੁਤ ਉਲਝਿਆ ਹੋਇਆ ਪਰਿਵਾਰਕ ਤੌਰ 'ਤੇ, ਵੀ ਮੇਰੇ ਪਿਤਾ ਮੇਜਰ ਸਿੰਘ ਦੇ ਸਮੇਤ ਸਾਡੇ ਪਰਿਵਾਰ ਦੇ 6 ਜੀ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਹੋਏ ਆ। ਸੀਬੀਆਈ ਅਦਾਲਤ ਪਟਿਆਲੇ ਕੇਸ ਚੱਲਦਾ, ਉੱਥੇ ਸਟੇ ਲੈ ਰੱਖੀ ਆ ਉਹਨੇ, ਅਤੇ ਮੈਂ ਉੱਧਰ ਉਲਝਿਆ ਹੋਇਆ, ਜਿਸ ਕਰਕੇ ਹੁਣ ਮੇਰੇ ਇੰਨਾ ਪੈਸਾ ਬਹੁਤ ਖਰਚ ਹੋਣਾ ਸੀਗਾ, ਬੜਾ ਕੁਛ ਹੋਣਾ ਸੀ ਇਹ 'ਚ, ਵੀ ਮੈਂ ਫਿਰ ਸੁਪਰੀਮ ਕੋਰਟ ਨਹੀਂ ਗਿਆ, ਚਾਹੀਦਾ ਸ਼੍ਰੋਮਣੀ ਕਮੇਟੀ ਨੂੰ ਸੀ। ਪਰ ਇਹ ਹੁਣ ਜਿਹੜਾ ਮਤਲਬ ਸੁਪਰੀਮ ਕੋਰਟ ਸ਼੍ਰੋਮਣੀ ਕਮੇਟੀ ਦਾ ਕੁਛ ਮੈਂਬਰਾਂ ਫੋਨ 'ਤੇ ਗੱਲ ਕੀਤੀ, ਉਹ ਵੀ ਇੱਧਰ ਉੱਧਰ ਗੱਲਾਂ ਚੱਲਦਾ ਜੀ, ਕੇਸ ਪਾਈ ਹੋਈ ਆ ਜੀ ਸੁਪਰੀਮ ਕੋਰਟ ਦੇ ਵਿੱਚ, ਅਸੀਂ ਰਿਟ ਪਾਈ ਹੋਈ ਆ ਜੀ, ਇੱਕ ਕੇਸ ਪਾਇਆ ਹੋਇਆ ਜੀ ਸਾਡਾ ਚੱਲ ਰਿਹਾ। ਪਰ ਬਾਅਦ ਜਦੋਂ ਮੈਂ ਪੜਤਾਲ ਕੀਤੀ, ਉਹ ਕੇਸ ਉਹਨਾਂ ਨੇ 1000 ਕਰੋੜ ਦਾ ਸਮੁੱਚਾ ਜਿਹੜਾ ਉੱਥੇ ਹਮਲਾ ਹੋਇਆ, ਜੋ ਨੁਕਸਾਨ ਹੋਇਆ ਉਹਦਾ ਪਾਇਆ ਹੋਇਆ, ਉਹ 'ਚ ਲਾਇਬ੍ਰੇਰੀ ਵੀ ਆ ਵੀ 1000 ਕਰੋੜ ਦਾ ਸਾਡਾ ਨੁਕਸਾਨ ਹੋਇਆ। ਸਿਮਰਜੀਤ ਸਿੰਘ ਅੰਮ੍ਰਿਤਸਰ ਤੋਂ ਉਹਦਾ ਵਕੀਲ ਆ ਜਿਹੜਾ ਕੇਸ ਲੜ ਰਿਹਾ, ਉਹਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਵੀ ਜਿਹੜਾ ਇੰਨਾ ਨੁਕਸਾਨ ਹੋਇਆ, ਪੁਰਾਤਨ ਹੱਥ ਲਿਖਤਾਂ ਨਾਲ ਗੁਰੂ ਗ੍ਰੰਥ ਸਾਹਿਬ, ਕੀ ਉਹਨਾਂ ਦਾ ਮੁੱਲ ਆ ਜਿਹੜਾ ਉਹ ਪੈਸਾ ਚੱਕਾ ਦੱਸਦਾ ਵੀ ਸਾਨੂੰ ਇੰਨੇ ਰੁਪਈਏ ਦੇ ਦਿਓ ਇਹਦੇ, ਉਹ ਵੀ ਘਟਾਲਣ ਵਾਲੀ ਗੱਲ ਹੈ ਵੀ ਖਹਿੜਾ ਛਡਾਓ। ਕੇਂਦਰ ਸਰਕਾਰ ਨੂੰ ਕੋਈ ਵੱਡੀ ਗੱਲ ਨਹੀਂ 1000 ਕਰੋੜ ਦੇਣਾ, ਵੀ ਲਓ ਜੀ ਤੁਸੀਂ ਲੈ ਲਓ, ਵੀ ਕੌਡੀਆਂ ਕੱਟੇ ਗੱਲ ਨੂੰ ਰੋਲ ਦਿਓ। ਉਹ ਗੱਲਾਂ ਗਈਆਂ ਕਿੱਥੇ ਆ, ਕਹਿੰਦਾ ਇਸ ਤਾਂ ਮੁੱਲ ਲੈ ਲਿਆ ਹੁੰਦਾ ਸਾਨੂੰ ਕੀਮਤ ਦੇ ਦੀ, ਜਦ ਕਿ ਸੀਬੀਆਈ ਕਹਿ ਚੁੱਕੇ ਅਸੀਂ ਵਾਪਸ ਕਰ ਚੁੱਕੇ ਹਾਂ। ਉਹ ਵੀ ਕੇਸ ਇੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਨਹੀਂ, ਪੂਰੇ ਸਮੁੱਚੇ ਮੁਆਵਜ਼ਾ ਹੈਗਾ ਕਿਸਮ ਦਾ, ਸਾਨੂੰ ਮੁਆਵਜ਼ਾ ਦੇਵੋ। ਮੁਆਵਜ਼ਾ ਵੈਸੇ ਹੀ ਇਹ ਮਾੜੀ ਗੱਲ ਆ ਵੀ ਜਦੋਂ ਸਾਡੇ ਸਿੱਖਾਂ 'ਤੇ ਅਬਦਾਲੀ ਨੇ ਹਮਲੇ ਕੀਤੇ ਆ, ਦਰਬਾਰ ਸਾਹਿਬ ਢਾਹਿਆ, ਕੀ ਕਿਸੇ ਸਿੱਖ ਨੇ ਮੁਆਵਜ਼ਾ ਮੰਗਿਆ? ਸ਼੍ਰੋਮਣੀ ਕਮੇਟੀ ਦਾ ਜਿਹੜਾ ਮੁਆਵਜ਼ੇ ਦਾ ਕੇਸ ਪਾਉਣੇ, ਮੈਂ ਕਹਿੰਦਾ ਵੀ ਸਿੱਖ ਭਾਈਚਾਰੇ ਨੂੰ ਤਹੀਨ ਕਰਨ ਵਾਲਾ ਗੱਲ ਆ ਵੀ ਅਸੀਂ ਜੀ ਮੁਆਵਜ਼ਾ ਦੇ ਦਿਓ ਸਾਨੂੰ 1000 ਕਰੋੜ। ਇਹ ਸਾਰਾ ਕੁਛ ਭੁੱਲਣ ਦੀ ਗੱਲ ਆ ਵੀ ਭੁੱਲ ਜਾਣ, ਜਦ ਕਿ ਅਸੀਂ ਮੁਆਵਜ਼ਾ ਲੈ ਲਿਆ ਜੀ, ਹੁਣ ਤਾਂ ਮਿਲਦੀਆਂ ਨਹੀਂ ਆਈਟਮਾਂ, ਜਦ ਕੋਈ ਸੀਬੀਆਈ ਕਹਿ ਚੁੱਕੀ ਅਸੀਂ ਆਈਟਮਾਂ ਵਾਪਸ ਕਰ ਚੁੱਕੇ ਹਾਂ। ਇੱਥੇ ਗੱਲ ਖੜੀ ਹੈ ਜੀ, ਉਹਨਾਂ ਨਾਲ ਗੱਲ ਹੋਈ ਆ। ਫਿਰ ਇਹ 2003 ਤੋਂ ਬਾਅਦ 2004 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਰਸ਼ਨਾਂ ਨੂੰ ਆਏ ਆ, ਤਾਂ ਉਦੋਂ ਫਿਰ ਜਦ ਕਿ ਕੇਸ ਦਾ ਤਾਂ 2004 'ਚ ਹੀ ਫੈਸਲਾ ਹੋ ਗਿਆ, 2004 'ਚ ਹੀ ਫਿਰ ਮੰਗੀ ਸ਼੍ਰੋਮਣੀ ਕਮੇਟੀ ਨੂੰ ਮੈਮੋਰੈਂਡਮ ਦਿੱਤਾ ਵੀ ਸਾਨੂੰ ਜੀ ਜਿਹੜੀ ਜੋ ਕੁਛ ਹੋਇਆ ਇਹਦੀ ਸੀਬੀਆਈ ਦੀ ਜਾਂਚ ਕਰਾਈ ਜਾਵੇ। ਦੇਖੋ ਕਿੱਡੀ ਹਾਸੋਹੀਣੀ ਗੱਲ ਆ ਵੀ ਸੀਬੀਆਈ ਤਾਂ ਤੁਹਾਡਾ ਜਵਾਬ ਦਾ ਹਾਈ ਕੋਰਟ 'ਚ ਦਾਇਰ ਕਰ ਗਈ, ਤੁਹਾਡੇ ਖਿਲਾਫ ਫੈਸਲਾ ਹੋ ਗਿਆ, ਤੁਸੀਂ ਫਿਰ ਮੈਮੋਰੈਂਡਮ ਦੇਈ ਜਾਂਦੇ ਆ। ਤਾਂ ਉਹ ਸਾਰਾ ਮੈਮੋਰੈਂਡਮ ਕੀ ਸੀ? ਮੈਂ ਸਮਝਦਾ ਵੀ ਇੱਕ ਡਰਾਮਾ, ਵੀ ਸਿੱਖਾਂ ਦੀ ਅੱਖਾਂ 'ਚ ਕੱਟਾ, ਮਤਲਬ ਜੀ ਅਸੀਂ ਤਾਂ ਅਜੇ ਵੀ ਰੈਫਰੈਂਸ ਲੈਬ ਦੀ ਖਤਰਾ ਉਜਰ ਕਰ ਰਹੇ ਹਾਂ, ਅਸੀਂ ਤਾਂ ਜੀ ਪੈਰਵਾਈ ਕਰ ਰਹੇ ਹਾਂ ਵੀ ਮੈਮੋਰੈਂਡਮ ਦਿੱਤਾ ਪ੍ਰਧਾਨ ਮੰਤਰੀ ਨੂੰ। ਫਿਰ ਉਹ ਜਿਹੜੀ ਉਹਦਾ ਕੀ ਬਣਿਆ ਮੈਮੋਰੈਂਡਮ ਦਾ? ਉਹਦਾ ਕੁਛ ਵੀ ਨਹੀਂ ਸੀ ਬਣਨਾ, ਕਿਉਂਕਿ ਹਾਈ ਕੋਰਟ ਦਾ ਪਹਿਲਾਂ ਹੀ ਫੈਸਲਾ ਦੇ ਚੁੱਕੀ ਸੀਗੀ। ਉਹ ਤੁਹਾਨੂੰ ਲੋਕਾਂ ਨੂੰ ਦਿਖਾਉਣ ਦੀ ਖਾਤਰ ਜਿਹਦਾ ਮੈਮੋਰੈਂਡਮ ਦਿੰਦੇ ਪ੍ਰਧਾਨ ਮੰਤਰੀ ਨੂੰ। ਪਰ ਇਹ ਜਿਹੜਾ ਹੁਣ ਪੰਜਾਬ ਦੇ ਵਿੱਚ ਮੈਂ ਸਮਝਦਾ ਵੀ 10 ਸਾਲ ਜਿਹੜੀ ਹੈਗੀ ਆ ਬਾਦਲ ਸਰਕਾਰ ਰਹੀ ਆ,
ਤੇ ਉਹਨਾਂ ਦੀ ਪਿਛਲੇ 10 ਸਾਲਾਂ ਤੋਂ ਹੀ ਲਗਭਗ ਕੇਂਦਰ ਦੇ ਵਿੱਚ ਭਾਜਪਾ ਦੀ ਭਾਈਵਾਲ ਸਰਕਾਰ ਰਹੀ ਆ। ਉਹਨਾਂ ਨੇ ਕੋਈ ਪੈਰਵੀ ਨਹੀਂ ਕੀਤੀ ਕੇਂਦਰ ਸਰਕਾਰ ਤੱਕ। ਜੇ ਉਹਨੂੰ ਲੱਗਦਾ ਸੀ ਵੀ ਸੀਬੀਆਈ ਨੇ ਸਾਨੂੰ ਕੋਈ ਸਹੀ ਜਵਾਬ ਨਹੀਂ ਦਿੱਤਾ ਜਾਂ ਸਾਡਾ ਸਮਾਨ ਸੀਬੀਆਈ ਕੋਲੇ ਜਾਂ ਕੇਂਦਰ ਸਰਕਾਰ ਕੋਲੇ ਆ, ਗ੍ਰਹਿ ਵਿਭਾਗ ਕੋਲੇ ਆ, ਕੋਈ ਇਹਨਾਂ ਨੇ ਮਸਲਾ ਹੀ ਨਹੀਂ ਉਠਾਇਆ ਬਾਦਲ ਦਲ ਨੇ ਕੇਂਦਰੀ ਸਰਕਾਰ ਕੋਲੇ ਵੀ ਸਾਨੂੰ ਆਹ ਤਾਂ ਕੁਛ ਦੇਵੋ। ਆ ਪਿੱਛੇ ਜੇ ਹੁਣ ਚਿੱਠੀ ਕੱਢੀ, ਉਹਨਾਂ ਨੇ ਫਿਰ ਕਿਹਾਗਾ ਅਮਿਤ ਸ਼ਾਹ ਨੇ ਸਾਨੂੰ ਦਿਓ ਜੀ ਲਿਸਟਾਂ ਕਿੱਥੇ ਆ। ਸੋ ਇਹ ਜਿਹੜਾ ਸਾਰਾ ਕੁਛ ਹੋਇਆਗਾ, ਜਦੋਂ ਪਿਛਲੇ ਸਾਲ ਇਹ ਮਸਲਾ ਫਿਰ ਉੱਭਰਿਆ ਤੇ ਸੀਬੀਆਈ ਨੇ ਹਵਾਲੇ ਨਾਲ ਇੱਕ ਸੂਚੀ ਜਾਰੀ ਕਰਤੀ ਵੀ ਅਸੀਂ ਤਾਂ ਕੇਂਦਰ ਸਰਕਾਰ ਨੇ ਸੂਚੀ ਜਾਰੀ ਕਰਤੀ ਵੀ ਅਸੀਂ ਆਹ ਸਮਾਨ ਆਹ ਬੰਦਿਆਂ ਨੂੰ ਮੋੜ ਚੁੱਕੇ ਆ। ਉਹਨੇ ਬੰਦੇ ਨਾਂ ਲਏ, ਕੁਲਵੰਤ ਸਿੰਘ ਦਾ ਨਾਂ ਲਿਆ, ਹੋਰ ਬੰਦੇ ਨਾਂ ਲਏ, ਉਹਨਾਂ ਦਸਖਤਾਂ ਹੇਠ ਅਸੀਂ ਸਮਾਨ ਨੂੰ ਵਾਪਸ ਕਰ ਚੁੱਕੇ ਹਾਂ। ਦੱਸੋ ਕਿੱਥੇ ਗਿਆ ਸਮਾਨ? ਇਹ ਤੁਹਾਨੂੰ ਤਾਂ ਅਸੀਂ ਵਾਪਸ ਕਰ ਚੁੱਕੇ ਹਾਂ। ਫਿਰ ਨੇ ਕੀ ਕੀਤਾ, ਪਿਛਲੇ ਸਾਲ ਉਹਨੇ ਕੁਛ ਵਿਅਕਤੀਆਂ ਦੇ ਕੇਂਦਰ ਸਰਕਾਰ ਨੇ ਨਾਂ ਵੀ ਜਾਰੀ ਕੀਤੇ ਸੀ, ਜਿਹਦੇ ਸਕੱਤਰ ਦਲਵੇਗ ਸਿੰਘ ਸੀ ਤੇ ਸਾਬਕਾ ਸਕੱਤਰ ਕੁਲਵੰਤ ਸਿੰਘ ਸੀ। ਉਹਨੇ ਕਿਹਾ ਸੀ ਵੀ ਇਹ ਦਸਖਤ ਆ ਸਾਡੇ ਕੋਲੇ, ਅਸੀਂ ਦਸਖਤਾਂ ਨਾਲ ਇਹ ਸਮਾਨ ਨੂੰ ਵਾਪਸ ਕੀਤਾ ਤਾਂ ਪੁੱਛੋ। ਉਸ ਵਕਤ ਜਦੋਂ ਮਸਲਾ ਭਖਿਆ ਤੇ ਇਹਨੂੰ ਜਦੋਂ ਫਿਰ ਕੀ ਕੀਤਾ, ਸ਼੍ਰੋਮਣੀ ਕਮੇਟੀ ਨੇ ਕਿਰਪਾਲ ਸਿੰਘ ਬਡੂੰਗਰ ਦੀ ਵੀ ਜਾਂਚ ਕਰੋ ਜੀ, ਵੀ ਇਹ ਹੁਣ ਸਮਾਨ ਕੁਲਵੰਤ ਸਿੰਘ ਤੇ ਦਲਮੇਗ ਸਿੰਘ ਦੀ ਜਾਂਚ ਕਰੋਗਾ। ਹਾਂ, ਸ਼੍ਰੋਮਣੀ ਕਮੇਟੀ ਜਾਂਚ ਕਰੋ ਵੀ ਕਿੱਥੇ ਕਿੱਥੇ ਆਇਆ। ਤੇ 5 ਮੈਂਬਰੀ ਕਮੇਟੀ ਬਣਾਤੀ, ਜਿਹਦੇ ਵਿੱਚ ਬਡੂੰਗਰ ਸਾਹਿਬ ਸੀਗੇ ਪ੍ਰਧਾਨ ਤੇ ਰੂਪ ਸਿੰਘ ਮੁੱਖ ਸਕੱਤਰ ਤੇ ਬੀਬੀ ਜਗੀਰ ਕੌਰ ਤੇ ਦਲਮੇਗ ਸਿੰਘ, ਜਿਹਦੇ ਤੇ ਗੱਲ ਉਂਗਲ ਰੱਖੀ ਜਾ ਰਹੀ ਹੈ। ਦੇਖੋ ਤੁਸੀਂ, ਛਿਤਮ ਜਰੀਫੀ ਦੀ ਗੱਲ ਆ। ਕੇਂਦਰ ਸਰਕਾਰ ਕਹਿੰਦੀ ਆ ਵੀ ਅਸੀਂ ਤਾਂ ਦਲਮੇਗ ਸਿੰਘ ਨੂੰ ਆਹ ਸੈਨ ਆ ਸਾਡੇ ਕੋਲੇ ਦਲਮੇਗ ਸਿੰਘ ਦੇ, ਅਸੀਂ ਸਮਾਨ ਵਾਪਸ ਕਰਤਾ। ਤੇ ਦਲਮੇਗ ਸਿੰਘ ਕਿ ਉਹਦੀ ਜਾਂਚ ਕਮੇਟੀ ਸ਼ਾਮਲ ਆ ਵੀ ਜਾਂਚ ਕਰੋ ਜੀ। ਗੱਲ ਜਾਂਚ ਦਲਮੇਗ ਸਿੰਘ ਦੀ ਕਰਨੀ ਆ, ਉਹ ਜਾਂਚ 'ਚ ਆ। ਚੋਰੀ ਕਰਨ ਵਾਲੀ ਕਮੇਟੀ ਸ਼ਾਮਲ ਆ ਵੀ ਯਾਰ ਜਾਂਚ ਕਰੋ ਜੀ, ਦਲਮੇਗ ਸਿੰਘ ਸ਼ਾਮਲ ਆ। ਤੇ ਦਲਮੇਗ ਸਿੰਘ ਦਾ ਨਾਂ ਤਾਂ ਸੁਖਦੇਵ ਸਿੰਘ ਭੂਰਾ ਕੋਲ ਨੇ 5 ਮੈਂਬਰੀ ਕਮੇਟੀ ਬਣਾਤੀ। ਤੇ ਬਡੂੰਗਰ ਨਾਲ ਮੇਰੀ ਪਿਛਲੇ ਸਾਲ ਫੋਨ 'ਤੇ ਗੱਲਬਾਤ ਹੋਈ। ਮੈਂ ਬਡੂੰਗਰ ਸਾਹਿਬ ਨੂੰ ਪੁੱਛਿਆ ਜੀ ਬਡੂੰਗਰ ਸਾਹਿਬ ਕੀ ਬਣਿਆ 'ਚ ਜੋ 5 ਮੈਂਬਰੀ ਕਮੇਟੀ ਆ, ਉਹਨੇ ਕੀ ਜਾਂਚ ਕੀਤੀ ਹੈ। ਜਦੋਂ ਕੇਂਦਰ ਸਰਕਾਰ ਕਹਿ ਰਹੀ ਤੁਹਾਡੇ 'ਤੇ ਗੱਲ ਆ ਗਈ, ਬਸ ਅਸੀਂ ਸਾਰਾ ਕੁਛ ਸਾਡੇ ਕੋਲ ਸਾਈਨ ਆ, ਅਸੀਂ ਸਾਰਾ ਕੁਝ ਵਾਪਸ ਕਰ ਚੁੱਕੇ ਹਾਂ। ਸੀਬੀਆਈ ਕਹਿ ਚੁੱਕਾ ਸਾਡੇ ਕੋਲ 5 ਆਈਟਮਾਂ ਸਿਰਫ। ਉਹ ਕਹਿੰਦੇ ਜੀ ਸਾਡੀਆਂ 2 ਮੀਟਿੰਗਾਂ ਹੋਈਆਂ, ਬਾਅਦ 'ਚ ਕਰੋਨਾ ਮਹਾਰਾਜਾ ਕਹਿੰਦੇ ਜੀ ਅਸੀਂ ਤਾਂ ਬੈਠੇ ਹਾਂ, ਹੁਣ ਕੁਛ ਨਹੀਂ ਕਰ ਸਕਦੇ, ਆਹ ਨਹੀਂ ਕੁਛ ਕਰ ਸਕਦੇ। ਜਦੋਂ ਕੋਈ ਗੱਲ ਤੁਰੂਗੀ ਅਸੀਂ ਬੰਦੇ ਲਾਵਾਂਗੇ, ਪਹਿਲਾਂ ਮਿਲਾਵਾਂਗੇ, ਸਾਡੇ ਕੋਲ ਕਿੰਨੀਆਂ ਕਿਤਾਬਾਂ ਵਾਪਸ ਨੇ, ਸੂਚੀਆਂ ਬਣਨਗੀਆਂ, ਕਿੰਨੀਆਂ ਗਾਇਬ ਨੇ। ਉਹ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਮੈਂ ਲਗਾਤਾਰ ਕੋਸ਼ਿਸ਼ ਕਰਦਾ ਰਿਹਾ। ਹੁਣ ਫਿਰ ਦੁਬਾਰਾ ਬਡੂੰਗਰ ਸਾਹਿਬ ਕਿਉਂਕਿ ਪ੍ਰਧਾਨ ਨੇ ਉਹ ਕਮੇਟੀ ਦੇ 5 ਮੈਂਬਰੀ ਦੇ, ਦੁਬਾਰਾ ਬਡੂੰਗਰ ਸਾਹਿਬ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਮੇਰਾ ਨੰਬਰ ਹੀ ਬਲੌਕ ਲਿਸਟ 'ਚ ਪਾਤਾ, ਉਹ ਗੱਲ ਹੀ ਨਹੀਂ ਕਰਦੇ, ਨੰਬਰ ਬੰਦ ਆ ਰਿਹਾ ਗਾ। ਕੀ ਬਣਿਆ ਉਹ ਕਮੇਟੀ ਦਾ 5 ਮੈਂਬਰੀ ਦਾ, ਕਿੱਥੇ ਗਈਆਂ? ਉਹ ਸਾਰਾ ਕੁਛ ਦੁਖਦਾਈ ਪਹਿਲੂ ਆ ਵੀ ਕਿੱਧਰ ਨੂੰ ਗਿਆ। ਤੇ ਸ਼੍ਰੋਮਣੀ ਕਮੇਟੀ ਮੁੱਖ ਦੋਸ਼ੀ ਬਣਦੇ, ਉਹਦੇ ਕੋਲ ਸਾਰਾ ਸਮਾਨ ਆ ਗਿਆ। ਤੇ ਉਹਨਾਂ ਨੇ ਇਹੀ ਕਿਹਾ ਜਾ ਸਕਦਾ ਵੀ ਜਿਹੜੇ ਦੁਰਲੱਭ ਇਹ ਸਰੂਪ ਆ, ਪੋਥੀਆਂ ਨੇ, ਗੁਟਕੇ ਨੇ, ਹੁਕਮਨਾਮੇ ਨੇ, ਉਹਨੇ ਬਾਹਰਲੇ ਮੁਲਕ ਦੇ ਵਪਾਰੀਆਂ ਨੂੰ ਵੇਚਤੇ। ਜਿਵੇਂ ਅੰਗਰੇਜ਼ 1849 ਮੁੱਕ ਸਾਡਾ ਸਾਰਾ ਖਜ਼ਾਨਾ ਲੈ ਕੇ ਚੱਕ ਕੇ, ਤੇ ਮਹਾਰਾਣੀ ਜਿੰਦਾਂ ਦੀਆਂ ਬਾਲੀਆਂ ਦੀ ਥੋੜ੍ਹਾ ਯਾਦ ਹੋਊਗਾ ਵੀ 2 ਸਾਲ ਪਹਿਲਾਂ ਹੀ ਉਹਨਾਂ ਨੇ ਨਿਲਾਮੀ ਕੀਤੀ ਆ। ਇਹ ਵੀ ਕਿਸੇ ਦਿਨ ਦੇਖ ਲੈਣਾ ਵੀ ਜੋ ਕੁਛੋਂ ਲੈ ਕੇ ਗਏ ਨੇ ਸ਼੍ਰੋਮਣੀ ਕਮੇਟੀ ਨੇ ਵੇਚਤਾ ਉਹਨਾਂ ਨੂੰ, ਇਹਦੀ ਨਿਲਾਮੀ ਵੀ ਆਉਣ ਵਾਲੇ 50-60 ਸਾਲਾਂ ਤੱਕ ਸ਼ਾਇਦ ਇਸ ਤਰ੍ਹਾਂ ਹੋਣ। ਸਾਡੇ ਕੋਲ ਸਮਾਨ ਪਿਆ ਗਾ, ਉੱਥੋਂ ਜਾ ਕੇ ਨਿਕਲਣੀਆਂ ਇਹ ਲੰਡਨ ਤੋਂ। ਸੋ ਦੋਸ਼ੀ ਕੁੱਲ ਮਿਲਾ ਕੇ ਮੇਰੀ ਜਿਹੜੀ ਖੋਜ ਆ ਹੁਣ ਤੱਕ, ਉਹਦੇ ਮੁਤਾਬਕ ਸ਼੍ਰੋਮਣੀ ਕਮੇਟੀ ਆ, ਚੋਰ ਨਾਲ ਕੁੱਤੀ ਰਲੀ ਹੋਈ ਆ। ਸਾਰਾ ਕੁਛ 5 ਮੈਂਬਰੀ ਕਮੇਟੀ ਬਣੀ, ਕੋਈ ਜਵਾਬਦੇਹੀ ਨਹੀਂ, ਕੋਈ ਜਵਾਬ ਪੁੱਛਦਾ, ਕੋਈ ਕਰ ਰਹੇ ਹਾਂ ਜੀ ਮੀਟਿੰਗ, ਲਿਸਟਾਂ ਬਣਾ ਰਹੇ ਹਾਂ ਜੀ, ਇਹ ਸਾਰਾ ਕੁਛ ਹੁੰਦਾ ਗਾ। ਸੋ ਹੁਣ ਮੈਨੂੰ ਦੁੱਖ ਦੀ ਗੱਲ ਇਹ ਆ ਵੀ ਪਿੱਛੇ ਘਟਨਾਕ੍ਰਮ ਤੁਸੀਂ ਦੇਖਿਆ ਹੀ ਆ ਵੀ ਬੀਬੀ ਜਗੀਰ ਕੌਰ ਹੁਣ ਨੇ 37 ਸਾਲ ਪਹਿਲਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜ਼ਖਮੀ ਹੋਇਆ ਸੀ ਗੋਲੀਆਂ ਲੱਗਣ ਕਰਕੇ, ਉਹਦਾ ਦਰਸ਼ਨ ਕਰਾਉਣ ਦਾ ਇੱਕ ਪ੍ਰਪੰਚ ਰਚਤਾ ਜੀ, ਸੰਗਤ ਨੂੰ ਅਸੀਂ 37 ਸਾਲਾਂ ਬਾਅਦ ਦਰਸ਼ਨ ਕਰਾ ਰਹੇ ਹਾਂ। ਤਾਂ ਮੈਂ ਸਮਝਦਾ ਵੀ ਉਹ ਦਰਸ਼ਨ ਕਰਾਉਣ ਦਾ ਜਿਹੜਾ ਪ੍ਰਪੰਚ ਆ, ਵੀ ਲਾਇਬ੍ਰੇਰੀ ਦੀ ਗੱਲ ਨਾ ਕਰੋ ਜਿੱਥੋਂ ਉੱਥੇ ਇੰਨੇ ਸਰੂਪ ਲਾਪਤਾ ਹੋ ਗਏ, ਇਹਦਾ ਤੁਸੀਂ ਦਰਸ਼ਨ ਕਰਾ ਰਹੇ ਹੋ। ਉਹ ਦਰਸ਼ਨ ਕਰਾਉਣ ਦਾ ਜਿਹੜਾ ਪ੍ਰਪੰਚ ਆ, ਉਹ ਵੀ ਬਾਦਲ ਦਲ ਦੀ ਜਿਹੜੀ ਖੁੱਸੀ ਹੋਇਆ ਬਕਾਰ ਆ, ਉਹਦੀ ਖੁੱਸੀ ਹੋਈ ਸਾਖ ਆ, ਉਹਨੂੰ ਮੁੜ ਕੇ ਪਾਣੀ ਦੇਣ ਦਾ ਇੱਕ ਯਤਨ ਹੈ ਇਹ ਵੀ ਸਿੱਖ ਭਾਵਨਾ ਨੂੰ ਖਿਲਵਾੜ ਕਰ ਲਓ ਵੀ ਉਹ ਜੀ ਸਾਡਾ ਨਾ ਕੁਛ ਹੋਇਆ 4 ਜੂਨ ਦੇ ਵਿੱਚੋਂ। ਹੁਣ ਜਦੋਂ ਵੋਟਾਂ ਲੈਣੀਆਂ ਫਿਰ ਕਾਂਗਰਸ ਨੂੰ ਦੋਸ਼ੀ ਲਓ ਜੀ ਕਾਂਗਰਸ ਨੇ ਸਾਡਾ ਨਾ ਕੀਤਾ, ਸਾਡੇ ਸਰੂਪ 'ਤੇ ਗੋਲੀਆਂ ਮਾਰੀਆਂ। ਪਰ ਜੋ ਤੁਸੀਂ ਇੰਨੇ ਸਰੂਪ ਪੋਸਟ ਕਿੱਥੇ ਹਜਮ ਕਰ ਗਏ, ਕਿੱਥੇ ਗਏ, ਉਹਦੀ ਕੋਈ ਥੋੜ੍ਹੀ ਜਵਾਬਦੇਹੀ ਨਹੀਂ ਕੌਮ ਨੂੰ। ਮੈਂ ਸਮਝਦਾ ਵੀ ਸਾਰਾ ਇਹ ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ, ਇਕੱਲੇ ਸਿੱਖ ਬੁੱਧੀਜੀਵੀ ਦਾ ਕੰਮ ਹੀ ਨਹੀਂ। ਮੈਂ ਪਹਿਲਾਂ ਕਹਿ ਕੇ ਹਟਿਆ ਵੀ ਜੋ ਲਾਇਬ੍ਰੇਰੀ ਹੈ ਸਮੂਹਕ ਮਨੁੱਖਤਾ ਦਾ ਗਿਆਨ ਦਾ ਖਜ਼ਾਨਾ ਹੁੰਦੀਆਂ। ਜੋ ਵੀ ਸ਼ਬਦ ਦੀ ਇਬਾਦਤ ਕਰਦਾ, ਚਾਹੇ ਕੋਈ ਲੇਖਕ ਆ, ਕਿਸੇ ਵਰਗ ਨਾਲ ਸੰਬੰਧਿਤ ਆ, ਕੋਈ ਪਾਠਕ ਆ, ਸਾਰਾ ਸਮੂਹਕ ਫਰਜ਼ ਬਣਦਾ ਵੀ ਅਸੀਂ ਇਸ ਮਸਲੇ 'ਤੇ ਇਕੱਠੇ ਹੋਈਏ, ਕੋਈ ਕਮੇਟੀ ਬਣਾਈਏ, ਜਿਵੇਂ ਕਿਵੇਂ ਵੀ ਪੈਰਵੀ ਹੁੰਦੀ ਹੈ, ਮਸਲੇ ਨੂੰ ਠੰਡਾ ਨਾ ਪੈਣ ਦੇਈਏ। ਗੱਲ ਲਗਭਗ ਜਲਦੀ ਰਹਿਣੀ ਚਾਹੀਦੀ ਆ, ਚਾਹੇ ਇਹਨੂੰ UN ਤੱਕ ਲੈ ਕੇ ਜਾਓ, ਯੂਨੈਸਕੋ ਤੱਕ ਲੈ ਕੇ ਜਾਓ,
को ये सारा मामला बनता गा यूनैस्को तक जाण दा भी साडा ये तबाह हो गया। जो दोषी है श्रोमणी कमेटी आ उन्होंने तक दुनिया भर नूं दसना चाहिए साडे नाल कुछ आ हो चुका। सो जो मतलब कुछ वापरिया गा पुराना मन च दुख बहुत आउंदा। ये जो दुख आउंदा तो फिर मैं कहना मेरे उर्दू का मशहूर शायर होया, मैं वो शेयर नाग अपनी गल खत्म करनी चाहुंदा। उन्हें लिखिया सीगा अमीर मनाई का नाम गा, हुए नाम बर बेनसा कैसे कैसे, हुए नाम बर बेनसा कैसे कैसे, जमी खा गई आसमां कैसे कैसे, जमी खा गई आसमां कैसे कैसे। धन्यवाद। वाहिगुरू जी का खालसा, वाहिगुरू जी की फतेह।